ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰਾਈਟਿੰਗ ਟਾਸਕ 2 ਦੀ। ਆਪਣੇ ਕੋਲ 8 ਟਾਈਪਸ ਹੁੰਦੀਆਂ ਟਾਸਕ 2 ਦੇ ਵਿੱਚ। ਅੱਜ ਆਪਾਂ ਜਿਹੜੀ ਟਾਈਪ ਕਰਨੀ ਹੋ ਡਿਸਕਸ ਬੋਥ ਵਿਊਜ਼ ਐਂਡ ਗਿਵ ਯੋਰ ਓਨ ਓਪੀਨੀਅਨ। ਆਪਣਾ ਓਪੀਨੀਅਨ ਦੇਣਾ ਔਰ ਦੋਨੋਂ ਵਿਊਜ਼ ਨੂੰ ਡਿਸਕਸ ਕਰਨਾ, ਠੀਕ ਹੈ। ਤਾਂ ਇਹਦੇ ਵਿੱਚ ਆਪਾਂ ਕਿੱਦਾਂ ਕਰਦੇ ਹੁੰਦੇ ਹਾਂ, ਇੱਕ ਬੀਪੀ ਦੇ ਵਿੱਚ ਇੱਕ ਵਿਊ ਜਿਹੜਾ ਡਿਸਕਸ ਕਰਦੇ ਹੁੰਦੇ ਹਾਂ, ਸੈਕਿੰਡ ਬੀਪੀ ਦੇ ਵਿੱਚ ਜਿਹੜਾ ਇੱਕ ਹੋਰ ਵਿਊ ਹੁੰਦਾ, ਆਪਣੇ ਕੋਲ 2 ਵਿਊ ਦਿੱਤੇ ਗਏ ਹੁੰਦੇ ਨਾ ਸਟੇਟਮੈਂਟ ਦੇ ਵਿੱਚ। ਦੂਸਰੇ ਬੀਪੀ ਦੇ ਵਿੱਚ ਤੁਸੀਂ ਦੂਸਰਾ ਵਿਊ ਜਿਹੜਾ ਡਿਸਕਸ ਕਰਦੇ ਹੋ ਨਾ, ਆਪਣਾ ਓਪੀਨੀਅਨ ਦੇਣ ਦੇ ਲਈ ਕਦੇ ਵੀ ਤੀਸਰਾ ਬੀਪੀ ਨਹੀਂ ਬਣਾਉਂਦੇ ਆਪਾਂ। ਉਹ ਆਪਣਾ ਜਿਹੜਾ ਆਪਣਾ ਪਰਸਪੈਕਟਿਵ ਹੁੰਦਾ ਹੈਗਾ ਉਹ ਕਨਕਲੂਜ਼ਨ ਦੇ ਵਿੱਚ ਐਡ ਕਰਦੇ ਹਾਂ, ਠੀਕ ਹੈ। ਤਾਂ ਇਹ ਸਟਰਕਚਰ ਹੁੰਦਾ ਇਸ ਐਸੇ ਦਾ। ਔਰ ਅਗਰ ਗੱਲ ਕਰੀਏ ਇੰਟਰੋ ਦੀ, ਤਾਂ ਇੰਟਰੋ ਆਪਾਂ ਜਿਹੜੀ ਰੀਫਰੇਸ ਕਰਦੇ ਹੁੰਦੇ ਉਹ ਸੈਂਟੈਂਸ ਟੂ ਸੈਂਟੈਂਸ ਕਰਨੀ ਹੈ, ਠੀਕ ਹੈ। ਲਾਈਕ ਜਿੱਦਾਂ ਵੇਰੀਏਸ਼ਨ ਐਡ ਕਰਨੀ ਹੈ, ਪੈਸਿਵ ਕਰ ਦਿਓ, ਕੰਪਲੈਕਸ ਕਰ ਦਿਓ, ਠੀਕ ਹੈ। ਕੰਡੀਸ਼ਨਲ ਜੋ ਵੀ ਸੈਂਟੈਂਸ ਤੁਹਾਨੂੰ ਵੇਰੀਏਸ਼ਨ ਆਉਂਦੀਆਂ ਉਸ ਤਰੀਕੇ ਨਾਲ ਤੁਸੀਂ ਸੈਂਟੈਂਸ ਟੂ ਸੈਂਟੈਂਸ ਕਰਨੀ, ਕਿਉਂਕਿ ਸਟੇਟਮੈਂਟ ਹਮੇਸ਼ਾ ਆਪਣੇ ਕੋਲ ਸਿੰਪਲ ਦੇ ਵਿੱਚ ਹੁੰਦੀ ਆ, ਬਟ ਤੁਸੀਂ ਉਹਨੂੰ ਚੇਂਜ ਕਰਕੇ ਕੰਪਲੈਕਸ ਪੈਸਿਵ ਦੇ ਵਿੱਚ ਕਨਵਰਟ ਕਰ ਦਿਓ। ਔਰ ਜਿੰਨੇ ਵਰਡਸ ਦੇ ਸਿਨੋਨਿਮ ਪਤਾ ਹੈਗੇ ਉਹਨੇ ਲਿਖ ਦਿਓ, ਬਾਕੀ ਕੋਈ ਗੱਲ ਨਹੀਂ, ਸੈਂਟੈਂਸ ਤਾਂ ਚੇਂਜ ਹੋ ਹੀ ਜਾਣਾ ਹੈਗਾ ਫੁੱਲ, ਠੀਕ ਹੈ। ਤਾਂ ਉਹ ਚੀਜ਼ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀ ਕਿ ਹਰ ਇੱਕ ਵਰਡ ਦਾ ਸਿਨੋਨਿਮ ਆਉਣਾ ਜ਼ਰੂਰੀ ਹੈ, ਠੀਕ ਹੈ। ਜਿੰਨੇ ਵਰਡਸ ਤੇ ਆਉਂਦੇ ਉਹਨੇ ਲਿਖ ਦਿਓ, ਜਿਹੜਾ ਨਹੀਂ ਆਉਂਦਾ ਉਹਨੂੰ ਸੇਮ ਉਤਾਰ ਦਿਓ ਉਸੇ ਤਰੀਕੇ ਨਾਲ, ਠੀਕ ਹੈ। ਔਰ ਵਰਡ ਟੂ ਵਰਡ ਤੁਸੀਂ ਨਾ ਕਰਿਆ ਕਰੋ, ਕਿਉਂਕਿ ਲਾਈਕ ਜਿਵੇਂ ਇੱਕ ਤੋਂ ਇੱਕ ਜਿਹੜਾ ਨੀਚੇ ਵਰਡ ਲੈਣਾ ਉਹ 5.5 ਔਰ 6 'ਤੇ ਸਟਕ ਕਰਦੀ ਹੈ, ਠੀਕ ਹੈ। ਅਗਰ ਤੁਹਾਡੀ ਰਿਕੁਆਇਰਮੈਂਟ ਜ਼ਿਆਦਾ ਹੈਗੀ ਆ ਤਾਂ ਸੈਂਟੈਂਸ ਟੂ ਸੈਂਟੈਂਸ ਰੀਫਰੇਸ ਨੂੰ ਪ੍ਰੈਫਰੈਂਸ ਦਿਆ ਕਰੋ। ਉਸ ਤੋਂ ਅੱਗੇ ਆਪਣੇ ਕੋਲ ਆ ਗਈ ਸਟੇਟਮੈਂਟ, ਦੇਖ ਲੈਂਦੇ ਹਾਂ ਕੀ ਕਹਿੰਦੀ ਹੈ। ਸਮ ਪੀਪਲ ਥਿੰਕ ਦੈਟ ਰੋਬੋਟਸ ਆਰ ਇੰਪੋਰਟੈਂਟ ਫॉर ਹਿਊਮਨਸ ਫਿਊਚਰ ਡਿਵੈਲਪਮੈਂਟ, ਕਿ ਜਿਹੜੇ ਰੋਬੋਟਸ ਹੈਗੇ ਆ ਉਹ ਕੀ ਹੈ, ਇੰਪੋਰਟੈਂਟ ਹੈ ਹਿਊਮਨ ਦੀ ਡਿਵੈਲਪਮੈਂਟ ਦੇ ਲਈ, ਠੀਕ ਹੈ। ਇਹ ਪਹਿਲਾ ਵਿਊ ਹੈ ਲੋਕਾਂ ਦਾ। ਦੂਸਰਾ ਵਿਊ ਕੀ ਹੈ, ਅਦਰ ਥਿੰਕ ਦੈਟ ਰੋਬੋਟਸ ਹੈਵ ਨੈਗੇਟਿਵ ਇਫੈਕਟ ਔਨ ਸੋਸਾਇਟੀ, ਕਿ ਕੁਛ ਲੋਕ ਕਹਿ ਰਹੇ ਆ ਕਿ ਨਹੀਂ ਜੀ ਇਹਦੇ ਤਾਂ ਨੈਗੇਟਿਵ ਇਫੈਕਟ ਨੇ, ਠੀਕ ਹੈ। ਡਿਸਕਸ ਬੋਥ ਵਿਊਜ਼ ਐਂਡ ਗਿਵ ਯੋਰ ਓਨ ਓਪੀਨੀਅਨ। ਆਪਣਾ ਜਿਹੜਾ ਓਪੀਨੀਅਨ ਉਹ ਤਾਂ ਕਨਕਲੂਜਨ ਦੇ ਵਿੱਚ ਦੇਣਾ, ਠੀਕ ਹੈ, ਉਹ ਤਾਂ ਮੈਟਰ ਨਹੀਂ ਆ। ਤਾਂ ਅੱਗੇ ਜਿਹੜੇ 2 ਪੁਆਇੰਟਸ ਹੈਗੇ ਆ ਇਹਨਾਂ ਦਾ ਤੁਸੀਂ ਹਮੇਸ਼ਾ ਪੋਜ਼ੀਟਿਵ ਵੇ ਲਿਖਦੇ ਹੁੰਦੇ ਆ, ਕਦੀ ਵੀ ਤੁਸੀਂ ਨੈਗੇਟਿਵ ਵਿੱਚ ਨਹੀਂ ਕੰਸੀਡਰ ਕਰਨਾ। ਲਾਈਕ ਅਗਰ ਕੁਛ ਲੋਕ ਕਹਿ ਰਹੇ ਆ ਕਿ ਇੰਪੋਰਟੈਂਟ ਹੈ, ਰੋਬੋਟਸ ਇੰਪੋਰਟੈਂਟ ਹੈਗੇ ਆ, ਫਿਰ ਤੁਸੀਂ ਦੱਸੋਗੇ ਕਿ ਉਹ ਕਿਉਂ ਕਹਿ ਰਹੇ ਆ ਇੰਪੋਰਟੈਂਟ, ਬਸ ਨਾ ਕਿ ਇਹ ਚੀਜ਼ ਦੱਸੋਗੇ ਕਿ ਲੋਕ ਇਹ ਇੰਪੋਰਟੈਂਟ ਕਹਿ ਰਹੇ ਆ ਉਹ ਗਲਤ ਕਹਿ ਰਹੇ ਆ, ਠੀਕ ਹੈ। ਮਤਲਬ ਉਹਨਾਂ ਨੂੰ ਆਪਾਂ ਰੋਂਗ ਪ੍ਰੂਫ ਨਹੀਂ ਕਰਨਾ, ਆਪਾਂ ਜਸਟ ਕੀ ਕਰਨਾ ਹੈਗਾ, ਜੋ ਆਪਾਂ ਨੂੰ ਦਿੱਤਾ ਗਿਆ ਉਹਨੂੰ ਤੁਸੀਂ ਦੱਸਣਾ ਕਿ ਉਹਦੇ ਪਿੱਛੇ ਰੀਜ਼ਨ ਕੀ ਹੈ, ਠੀਕ ਹੈ। ਦੋਨੋਂ ਵਿਊਜ਼ ਇੱਦਾਂ ਡਿਸਕਸ ਕਰੀ ਦੇ ਆ। ਪਹਿਲੇ ਬੀਪੀ ਦੇ ਵਿੱਚ ਤੁਸੀਂ ਦੱਸੋਗੇ ਇੰਪੋਰਟੈਂਸ, ਠੀਕ ਹੈ, ਰੋਬੋਟਸ ਦੀ, ਔਰ ਦੂਸਰੇ ਦੇ ਵਿੱਚ ਨੈਗੇਟਿਵ ਇਫੈਕਟ ਦੱਸੋਗੇ, ਠੀਕ ਹੈ। ਓਕੇ, ਪਹਿਲਾਂ ਆਪਾਂ ਗੱਲ ਕਰ ਲੈਣੇ ਹੈਗੇ ਆ ਰੀਫਰੇਸ ਐਂਡ ਥੀਸੀ ਲਾਈਨ ਦੀ, ਠੀਕ ਹੈ। ਤਾਂ ਜਿਹੜੀ ਆਪਾਂ ਰੀਫਰੇਸ ਉਹ ਕਰਨੀ ਹੈਗੀ ਆ ਸੈਂਟੈਂਸ ਟੂ ਸੈਂਟੈਂਸ। ਓਕੇ, ਸਟਾਰਟ ਕਰਦੇ ਹਾਂ। ਇਟ ਇਜ਼ ਕੰਸੀਡਰ ਬਾਈ ਫਿਊ ਇੰਡੀਵਿਜੂਅਲ, ਠੀਕ ਹੈ। ਪੀਪਲ ਦਾ ਪਤਾ ਸੀਗਾ, ਇੰਡੀਵਿਜੂਅਲ, ਠੀਕ ਹੈ। ਸਮ ਦਾ ਪਤਾ ਸੀਗਾ, ਫਿਊ। ਇਟ ਇਜ਼ ਕੰਸੀਡਰ ਲਿਖ ਦਿੱਤਾ, ਥਿੰਕ ਨੂੰ ਕੰਸੀਡਰ ਕਰ ਦਿੱਤਾ, ਠੀਕ ਹੈ। ਤਾਂ ਸੈਂਟੈਂਸ ਕਾਹਦੇ ਵਿੱਚ ਬਣਾਤਾ, ਪੈਸਿਵ ਫਾਰਮ ਦੇ ਵਿੱਚ ਬਣਾ ਦਿੱਤਾ। ਉੱਥੇ ਸੀਗਾ ਸਮ ਪੀਪਲ ਥਿੰਕ ਦੈਟ ਇਟ ਇਜ਼ ਕੰਸੀਡਰ ਬਾਈ ਫਿਊ ਇੰਡੀਵਿਜੂਅਲ, ਲਾਈਕ ਪੈਸਿਵ ਫਾਰਮ ਦੇ ਵਿੱਚ ਆ ਗਿਆ, ਠੀਕ ਹੈ। ਦੈਟ ਰੋਬੋਟਸ ਆਰ ਪ੍ਰੋਮੀਨੈਂਟ ਫॉर ਪ੍ਰੋਗਰੈਸ ਆਫ ਸੁਸਾਇਟੀ, ਠੀਕ ਹੈ। ਤਾਂ ਡਿਵੈਲਪਮੈਂਟ ਨੂੰ ਪ੍ਰੋਗਰੈਸ ਕਹਿ ਦਿੱਤਾ, ਠੀਕ ਹੈ। ਇੰਪੋਰਟੈਂਟ ਨੂੰ ਪ੍ਰੋਮੀਨੈਂਟ ਕਹਿ ਦਿੱਤਾ। ਜਿਹੜੇ ਵਰਡਸ ਦਾ ਸਿਨੋਨਿਮ ਪਤਾ ਹੈ ਉਹ ਲਿਖ ਦਿਓ, ਅਗਰ ਨਹੀਂ ਪਤਾ ਉਹਨੂੰ ਸੇਮ ਉਤਾਰ ਦਿਓ, ਠੀਕ ਹੈ। ਉਸ ਤੋਂ ਅੱਗੇ ਆਪਣੇ ਕੋਲ ਹੈਗਾ ਹਾਊ ਐਵਰ। ਇਹ ਇੱਕ ਕਨੈਕਟਰ ਹੈ, ਜਦੋਂ ਕੌਂਟਰੈਕਟ ਗੱਲ ਕਰਦੇ ਹੁੰਦੇ ਆਪਾਂ ਉਦੋਂ ਜਿਹੜਾ ਹਾਊ ਐਵਰ ਲਗਾਉਂਦੇ ਆ, ਵਾਈਲ, ਵੇਅਰ ਐਜ਼, ਠੀਕ ਹੈ। ਇਹਦੇ ਨਾਲ ਦੇ ਕਨੈਕਟਰ ਨੇ। ਅਦਰ ਹੈਵ ਕਨਫਲਿਕਟਿੰਗ ਵਿਊਜ਼ ਐਂਡ ਓਪਾਈਨ ਦੈਟ ਦੇ ਆਰ ਹਾਰਮਫੁਲ ਐਂਡ ਹੈਵ ਅਡਵਰਸ ਇਫੈਕਟ ਔਨ ਦ ਕਮਿਊਨਿਟੀ, ਠੀਕ ਹੈ। ਤਾਂ ਸੁਸਾਇਟੀ ਨੂੰ ਕਮਿਊਨਿਟੀ 'ਚ ਚੇਂਜ ਕਰਤਾ। ਅਡਵਰਸ ਇਫੈਕਟ ਹੁੰਦਾ ਨੈਗੇਟਿਵ ਇਫੈਕਟ, ਠੀਕ ਹੈ। ਆਪਾਂ ਲਿਖਿਆ ਜਿਹੜੀ ਲਾਈਨ ਅਦਰ ਹੈਵ ਕਨਫਲਿਕਟਿੰਗ ਵਿਊਜ਼ ਐਂਡ ਓਪਾਈਨ ਦੈਟ, ਠੀਕ ਹੈ। ਇਹ ਲਾਈਨ ਤੁਸੀਂ ਬੋਥ ਵਿਊਜ਼ ਦੇ ਐਸੇ ਵਿੱਚ ਕਿਤੇ ਵੀ ਲਿਖ ਸਕਦੇ ਆ ਕਿ ਇਹਨਾਂ ਤੋਂ ਕੌਂਟਰਡਿਕਟ, ਕਿਉਂਕਿ ਹਮੇਸ਼ਾ ਦੋਨੋਂ ਵਿਊਜ਼ ਇੱਕ ਦੂਸਰੇ ਦੇ ਕੌਂਟਰਡਿਕਟ ਹੁੰਦੇ ਆ, ਤਾਂ ਤੁਸੀਂ ਇਹ ਚੀਜ਼ ਲਿਖ ਸਕਦੇ ਆ। ਅਦਰ ਹੈਵ ਕਨਫਲਿਕਟਿੰਗ ਵਿਊਜ਼ ਐਂਡ ਓਪਾਈਨ ਦੈਟ, ਉਹਨਾਂ ਦੇ ਕੌਂਟਰਡਿਕਟ ਓਪੀਨੀਅਨ ਹੈਗੇ ਆ, ਔਰ ਕੀ ਓਪਾਈਨ ਕਰਦੇ, ਓਪਾਈਨ ਹੁੰਦਾ ਮੰਨਣਾ, ਠੀਕ ਹੈ। ਕੀ ਮੰਨਦੇ ਆ ਕਿ ਇਹ ਜਿਹੜੇ ਹਾਰਮਫੁਲ ਆ ਐਂਡ ਇਹਨਾਂ ਦੇ ਐਡਵਰਸ ਇਫੈਕਟ ਆ, ਤਾਂ ਉਹੀ ਚੀਜ਼ ਆਪਾਂ ਨੂੰ ਉਹਨੇ ਕਿਹਾ ਕਿ ਨੈਗੇਟਿਵ ਇਫੈਕਟ ਆ ਸੋਸਾਇਟੀ 'ਤੇ, ਆਪਾਂ ਕਮਿਊਨਿਟੀ ਲਿਖਤਾ, ਠੀਕ ਹੈ। ਉਸ ਤੋਂ ਅੱਗੇ ਆਪਾਂ ਤੀਸਰੀ ਲਾਈਨ ਦੇ ਵਿੱਚ ਕਲੀਅਰ ਕਰਨਾ ਕਿ ਮੈਂ ਆਪਣਾ ਪਰਸਪੈਕਟਿਵ ਵੀ ਦੇਣਾ ਹੈਗਾ, ਠੀਕ ਹੈ। ਆਪਣੇ ਕੋਲੇ ਕੀ ਆ, ਉਹਨਾਂ ਨੇ ਪੁੱਛਿਆ ਹੈਗਾ, ਠੀਕ ਹੈ, ਓਪੀਨੀਅਨ ਤੁਸੀਂ ਪਰਸਪੈਕਟਿਵ ਦੇ ਵਿੱਚ ਚੇਂਜ ਕਰ ਸਕਦੇ ਆ। ਓਪੀਨੀਅਨ ਕਿੰਨੇ ਐਸੇ ਦੇ ਵਿੱਚ ਓਪੀਨੀਅਨ ਪੁੱਛਣ ਦਾ, ਇਹ ਵਰਡ ਨੋਟ ਕਰ ਲਓ, ਪਰਸਪੈਕਟਿਵ ਓਪੀਨੀਅਨ ਨੂੰ ਕਹਿੰਦੇ ਆ, ਠੀਕ ਹੈ, ਤੁਸੀਂ ਲਿਖ ਸਕਦੇ ਆ। ਆਈ ਵਿਲ ਡਿਸਕਸ ਦ ਬੋਥ ਵਿਊਜ਼ ਅਲੋਂਗ ਵਿਦ ਮਾਈ ਪਰਸਪੈਕਟਿਵ, ਠੀਕ ਹੈ, ਕਿ ਆਪਣੇ ਪਰਸਪੈਕਟਿਵ ਦੇ ਨਾਲ ਨਾਲ ਮੈਂ ਕੀ ਦੋਨੋਂ ਵਿਊਜ਼ ਨੂੰ ਕੀ ਡਿਸਕਸ ਕਰਾਂਗੀ, ਠੀਕ ਹੈ। ਇਹ ਚੀਜ਼ ਹੋ ਗਈ ਆਪਣੀ ਰੀਫਰੇਸ ਪਲੱਸ ਥੀਸੀ ਲਾਈਨ, ਠੀਕ ਹੈ। ਉਸ ਤੋਂ ਅੱਗੇ ਆਪਣੇ ਕੋਲ ਹੈਗਾ ਗਾ BP1, ਠੀਕ ਹੈ। BP1 ਦੇ ਵਿੱਚ ਤੁਸੀਂ ਕੀ ਲਿਖਣਾ, ਇੰਪੋਰਟੈਂਸ ਲਿਖਣੀ ਹੈ, ਠੀਕ ਹੈ, ਕਿ ਰੋਬੋਟਸ ਦੀ ਇੰਪੋਰਟੈਂਟ ਕੀ ਹੈ, ਠੀਕ ਹੈ। ਉਹ ਚੀਜ਼ ਲਿਖਣਾ ਕਿਉਂ ਇੰਪੋਰਟੈਂਟ ਹੈ, ਰੀਜ਼ਨ ਉਸਦੇ ਮਗਰ, ਠੀਕ ਹੈ। BP1 ਸਟਾਰਟ ਕਰਦੇ ਹਾਂ। ਟੂ ਬਿਗਨ ਵਿਦ ਕਨੈਕਟਰ ਲਗਾਇਆ, ਮੀਨ ਸਟਾਰਟਿੰਗ ਦੇ ਵਿੱਚ ਕਮੈਂਸ ਵਿਦ ਵੀ ਲਗਾ ਸਕਦੇ ਹੈਗੇ ਆ, ਠੀਕ ਹੈ। embark on ਵੀ ਲਾ ਸਕਦੇ ਹਾਂ। ਦੇਰ ਆਰ ਸੈਵਰਲ ਬੈਨੀਫਿਟਸ ਕੈਨ ਬੀ ਅਟੇਨਡ ਬਾਈ ਯੂਜ਼ਿੰਗ ਰੋਬੋਟਸ ਇਨ ਰੀਅਲ ਲਾਈਫ, ਠੀਕ ਹੈ, ਕਿ ਸੈਵਰਲ ਬੈਨੀਫਿਟਸ ਜਿਹੜੇ ਹੈਗੇ ਅਟੇਨ ਕੀਤੇ ਜਾ ਸਕਦੇ ਆ ਰੋਬੋਟਸ ਨੂੰ ਯੂਜ਼ ਕਰਕੇ ਰੀਅਲ ਲਾਈਫ ਦੇ ਵਿੱਚ, ਠੀਕ ਹੈ। ਫਸਟ ਐਂਡ
फर्स्ट फॉरमोस्ट की हैगा रोबोट्स आर कॉस्ट इफेक्टिवनैस, ठीक है कि ये ਜਿਹੜੇ कॉस्ट इफेक्टिवनैस ਹੁੰਦੇ ਇਹ ਆਪਣੇ टास्क स्टेटमेंट ਆ मीनस अपना मेन आइडिया। ਹੁਣ ਤੁਸੀਂ ਇਹਨੂੰ ਸਪੋਰਟ ਕਰਨਾ ਆਪਣਾ ਜਿਹੜੇ ਐਲੈਬੋਰੇਸ਼ਨ ਕਰਕੇ, ਉਸ ਤੋਂ ਬਾਅਦ ਇਹਦੀ ਐਗਜ਼ਾਮਪਲ ਦੇਣੀ ਹੈ ਜਿਹੜੀ ਇਸੇ ਚੀਜ਼ ਨੂੰ ਪ੍ਰੂਵ ਕਰ ਦੇਵੇ, ਠੀਕ ਹੈ। ਉਸ ਤੋਂ ਬਾਅਦ ਇਸ ਦਾ ਰਿਜ਼ਲਟ ਕੱਢਣਾ। ਇਹ ਪੁਆਇੰਟਸ ਆਪਾਂ ਕਰਦੇ ਹੁੰਦੇ ਹਾਂ 5.1 BP 'ਚ ਕਵਰ ਕਰਨੇ ਆ। ਬੇਸਿਕ ਲਾਈਨ, टास्क स्टेटमेंट, एलैबोरेशन, एग्जाम्पल एंड रिजल्ट, ठीक है। 5 पॉइंट्स अपने को जोड़े आप कवर करने इस दे विच। ओके, फर्स्ट एंड फॉरमोस्ट इज़ अपन जो टास्क स्टेटमेंट दे दी है कि कॉस्ट इफेक्टिवनैस आ, हुण वो किद्दां है वो एलैबोरेशन दे विच दसांगे। टू एलैबोरेट इट, द कॉस्ट ऑफ इन्वेस्टमेंट टू परचेज आ रोबोट कैन बी रिकवर्ड इन अ शॉर्ट स्पेस ऑफ टाइम, ठीक है। कि कह रहे हैगे आ कि कहते जी कॉस्ट है जो आप परचेज करते हैं कोई भी रोबोट, ठीक है, वो जी भी लाइक इन्वेस्टमेंट होंगी है, कोई पैसे लगते हैं, ठीक है, तो वो की है बहुत ही जल्दी कवर हो जाती है शॉर्ट स्पेस की, मतलब बहुत थोड़े टाइम के उन्ने पैसे का आप उन्होंने तो काम ले लें, ठीक है। ये चीज़ कह रहे थे। एज वो किमें एज दे विल नॉट अवेल होंदा लाभ, ठीक है। इन्होंने कोई इदा की है नहीं गी कि वो किसी चीज़ का लाभ उठाएंगे, लाइक किदा का मतलब रोबोट्स इदा की किसी चीज़ का लाभ नहीं उठाएंगे, लाइक एनी लंच ब्रेक्स, हॉलीडेज और सिक लीव, अनलाइक द रेगूलर इंप्लॉयज़, ठीक है। कि जिदा दूसरे इंप्लॉयज़ जोड़े है मतलब कि ब्रेक लेंदे, लंच ब्रेक लेंदे, हॉलीडे जो कोई सिक लीव करते हैं ना, तो वो चीज़ जी हैगी आ मतलब उन्होंने इंप्लॉयज़ की तरह रोबोट को ये चीज़ की जरूरत नहीं हैगी, ठीक है। तो ये तो की होंदा गा कि आप जोड़े की मतलब ज़्यादा काम करेंगे इंप्लॉय नाल, और जिन्ने लाइक जिन्नी सैलरी देनी हैगी इंप्लॉय नूं, तो वो की है लंच ब्रेक, ठीक है, अपनी जी हॉलीडेज वगैरह सारा जो लेगा। बट की आ ऑन दी अदर साइड रोबोट की गल करिए तो आप जी जिन्नी इन्वेस्टमेंट की होगी वो बहुत शॉर्ट टाइम के की कवर कर सकते हैं, ठीक है। ये एडवांटेज दस रहे हैं आप। उस तो अगे फॉर एग्जाम्पल अ सर्वे वॉज, एग्जाम्पल के काफ़ी डाउट है, ठीक है। तुसीं इहदे विच की आ एक सर्वे ऐड कर सकते हैं, स्टडी ऐड कर सकते हैं, रिसर्च ऐड कर सकते हैं, ठीक है। एनी फ्यूचर प्रोडिक्शन है वो ऐड कर सकते, कुछ भी ऐड कर दो, ਜਾਂ फिर कोई सर्वे वगैरह बिना लिखे कोई मतलब सेंटेंस लिख दो, बट की हैगा पर्सनल ना हो, ठीक है। बस यही चीज़ लिखनी होंगी आप एग्जाम्पल के, और जोड़ा की है थोड़ा आइडिया तुसीं लिखिया हैगा उन्होंने सपोर्ट करती हो एग्जाम्पल भी उहदे नाल रिलेट, ठीक है। अ सर्वे वॉज कंडक्टेड बाय बिजनेस डिपार्टमेंट, कि जोड़ा एक सर्वे हैगा बिजनेस डिपार्टमेंट द्वारा जोड़ा कंडक्ट किया गया सी। फाउंड दैट, उसने की फाउंड किया 70% बिजनेसमैन गिव प्रेफरेंस टू यूजिंग रोबोट्स इन देयर फैक्ट्रीज इंस्टैड ऑफ वर्किंग, इंस्टैड ऑफ अपने को कंपलैक्स सेंटेंस है, ठीक है, क्योंकि वेरीएशन का भी आप नाल दी नाल ध्यान रखना है, ठीक है। कि बिजनेसमैन की प्रैफरेंस देंगे आ रोबोट्स को यूज़ करने के अपनी फैक्ट्रीज के इंस्टैड ऑफ वर्कर्स, ठीक है, वर्कर्स। इन ऑर्डर टू भी अपने को कंपलैक्स सेंटेंस है, कादे लिए करते हैं इन ऑर्डर टू इंप्रूव प्रोडक्टिविटी विदाउट मिसिंग अ सिंगल डे, क्योंकि वो कोई भी मतलब कि आप एलैबोरेशन के दसा सी ना कि रोबोट को कोई जरूरत नहीं हैगी, ठीक है, कोई ब्रेक दी, ठीक है। तो वही चीज़ आप दसी है कि विदाउट मिसिंग अ सिंगल डे, कोई भी डे मिस किए बिना, ठीक है, प्रोडक्टिविटी जी इंप्रूव की जा सकती हैगी, ठीक है। तो इस करके की हैगा वो अपने प्रैफरेंस देंगे है कि रोबोट्स यूज़ करन इंस्टैड ऑफ वर्कर्स, ठीक है। ये चीज़ हो गया अपनी एग्जाम्पल। उस तो अगे आप रिजल्ट कढ़े, रिजल्ट के सिंपल एक लाइन के रिजल्ट तुसीं दे सकते, लाइक जो BP का हैगा ओवरऑल जो कढ़ देने होंगे, ठीक है। रोबोट्स आर हैल्पफुल टू डेवलप बिजनेस, ठीक है, कि जो रोबोट्स है वो हैल्पफुल होंगे है, ठीक है, बिजनेस को डेवलप करने के। ये हो गया अपना फर्स्ट BP, मीनस कि जोड़े लोग कह रहे हैं कि हैल्पफुल ने रोबोट्स, ठीक है, इंप्रूवमेंट करते हैं, वो आप दसिया कि की इंप्रूवमेंट करते किदा उन्होंने वर्क है, ठीक है। ये हो गया अपना BP1। हुण आप दूसरा व्यू लोगों का डिस्कस करना, अदर थिंक दैट, इत्थों लैके, ठीक है। अदर थिंक दैट रोबोट्स हैव नैगेटिव इफैक्ट ऑन सोसाइटी, जोड़ा आ पॉइंट है इनू तुसी डिस्कस करोगे किन्ने पॉइंट्स के 5 पॉइंट्स के। वो 5 पॉइंट किहड़े हैगे आ, बेसिक लाइन, टास्क स्टेटमेंट, एलैबोरेशन, एग्जाम्पल एंड रिजल्ट। ये 5 पॉइंट्स के नाल तुसी इस पॉइंट को प्रूव करोगे कि नैगेटिव इफैक्ट किदां दे आ और किवें जिहड़े वर्क करते हैं, ठीक है। ये चीज़ दसांगे। ओके, शिफ्ट करते हैं सैकेंड BP वाल। वाइल कनैक्टर लगा दिता बिकॉज हाउ एवर आप ऑलरेडी यूज़ कर चुके थे, ठीक है, और इंट्रो के इसलिए तुम वाइल लगा सकते, वेयर एज भी लगा सकते। शिफ्टिंग टूवर्ड्स अनदर व्यू पॉइंट टेकन बाय पीपल, उस पॉइंट वाले चले है जो अनदर पॉइंट है जो लोगों के द्वारा लिया गया। पैसिव फॉर्म के पहला बेसिक लाइन लगा दी है, टेकन बाय पीपल, पैसिव फॉर्म है अपने को, ठीक है। दैट रोबोट्स मे बी हार्मफुल टू ह्यूमनस, एक या हार्मफुल हो सकते हैं ह्यूमनस के लिए, ठीक है। वो किदा है, फर्स्टली आप टास्क, ये तो बेसिक लाइन आप दसता कि हार्मफुल जो पॉइंट है वो दसन लगे हैं, ठीक है। फर्स्टली लगा दिता कनैक्टर,
ਕਨੈਕਟਰ ਤੁਸੀਂ ਲਗਾ ਲਿਆ ਕਰੋ, ਇਹ ਕਨੈਕਟੀਵਿਟੀ ਲੈ ਕੇ ਆਉਂਦੇ ਐਂਡ ਪਤਾ ਚੱਲਦਾ ਤੁਸੀਂ ਐਸੇ ਦੇ ਵਿੱਚ ਕਿੱਥੇ ਕਿਹੜੀ ਚੀਜ਼ ਜਿਹੜੀ ਇਲੈਬੋਰੇਟ ਕੀਤੀ ਹੈਗੀ ਹੈ, ਠੀਕ ਹੈ, ਡਿਸਕਸ ਕਰੀਏ ਉਹ ਸਭ ਕੁਝ ਪਤਾ ਚੱਲਦਾ ਕਨੈਕਟਰਸ ਦੀ ਹੈਲਪ ਦੇ ਨਾਲ। ਤਾਂ ਤੁਸੀਂ ਕਨੈਕਟਰਸ ਲਗਾ ਲਓ, ਬਟ ਇਹ ਚੀਜ਼ ਧਿਆਨ ਰੱਖਣਾ ਜਿਹੜੇ BP1 ਦੇ ਵਿੱਚ ਕਨੈਕਟਰ ਯੂਜ਼ ਹੋ ਗਏ ਉਹ BP2 'ਚ ਨਾ ਹੋਣ, ਠੀਕ ਹੈ, ਮਤਲਬ ਕਿ ਅਲੱਗ ਕਨੈਕਟਰਸ ਚਾਹੀਦੇ ਆਪਾਂ ਨੂੰ। ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਆਪਾਂ ਆਈਡੀਆਜ਼ ਨਹੀਂ ਰਿਪੀਟ ਹੋਣ ਦੇਣੇ, ਉਸੇ ਤਰੀਕੇ ਨਾਲ ਆਪਾਂ ਕਨੈਕਟਰਸ ਵੀ ਰਿਪੀਟ ਨਹੀਂ ਹੋਣ ਦੇਣੇ। Using excess of robots result in a higher level of unemployment, ਠੀਕ ਹੈ। ਕੀ ਹੁੰਦਾ ਗਾ ਕਿ ਜਦੋਂ ਐਕਸੈਸ, ਠੀਕ ਹੈ, ਜ਼ਿਆਦਾ ਲਿਮਿਟ ਤੋਂ ਜ਼ਿਆਦਾ ਜਿਹੜਾ ਰੋਬੋਟਸ ਦਾ ਯੂਜ਼ ਕਰਨਾ, ਰਿਜ਼ਲਟ ਕੀ ਹੁੰਦਾ ਗਾ ਕਿ ਹਾਇਰ ਲੈਵਲ ਆਫ ਅਨਐਮਪਲੋਇਮੈਂਟ, ਠੀਕ ਹੈ। ਅਨਐਮਪਲੋਇਮੈਂਟ ਹੁੰਦਾ ਹੈਗਾ ਬੇਰੁਜ਼ਗਾਰੀ, ਠੀਕ ਹੈ, ਉਹ ਚੀਜ਼ ਨੂੰ ਜਿਹੜਾ ਕੀ ਆ ਇਹ ਪ੍ਰਮੋਟ ਕਰਦਾ ਹੈ। ਹੁਣ ਇਹਨੂੰ ਐਕਸਪਲੇਨ ਕਰਨ ਲੱਗੇ ਹੈਗੇ ਆ ਕਿ ਕਿੱਦਾਂ ਅਨਐਮਪਲੋਇਮੈਂਟ ਹੁੰਦੀ ਹੈਗੀ ਹੈ, ਠੀਕ ਹੈ। ਟੂ ਐਕਸਪਲੇਨ ਇਟ ਡਿਊ ਟੂ ਹਾਈ ਐਫੀਸ਼ੀਐਂਸੀ ਐਂਡ ਲੋ ਕੋਸਟ ਆਫ, ਠੀਕ ਹੈ, ਇਹਨੂੰ ਲਾਈਕ ਦੇਖੋ ਮਤਲਬ ਕਿ ਇਹਦੀ ਹਾਈ ਐਫੀਸ਼ੀਐਂਸੀ ਹੈ, ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰਦਾ ਜੇ ਕੰਪੈਰੀਜ਼ਨ ਕਰੀਏ ਵਰਕਰਸ ਨਾਲ, ਐਂਡ ਜਦੋਂ ਇਹਨੂੰ ਮੇਨਟੇਨ ਕਰਨਾ ਉਹਦੀ ਵੀ ਕੋਈ ਕੋਸਟ ਜਿਹੜੀ ਲੋ ਕੋਸਟ ਹੁੰਦੀ ਹੈ, ਠੀਕ ਹੈ। ਤਾਂ ਉਹ ਕੀ ਹੈਗਾ ਗਾ, ਰੋਬੋਟਸ ਆਰ ਟੇਕਿੰਗ ਪਲੇਸ ਆਫ ਵਰਕਰ ਇਨ ਆਲਮੋਸਟ ਐਵਰੀ ਫੀਲਡ, ਠੀਕ ਹੈ, ਕਿ ਜਿਹੜੇ ਹੈਗੇ ਆ ਰੋਬੋਟਸ ਹੈਗੇ ਆ ਉਹ ਕੀ ਕਰ ਰਹੇ ਹੈਗੇ ਆ, ਵਰਕਰਸ ਦੀ ਪਲੇਸ ਲੈ ਰਹੇ ਹੈਗੇ ਆਲਮੋਸਟ ਐਵਰੀ ਫੀਲਡ, ਮਤਲਬ ਕਿ ਅੱਜ ਕੱਲ੍ਹ ਆਲਮੋਸਟ ਹਰ ਇੱਕ ਜਿਹੜਾ ਹੈਗਾ ਗਾ ਫੀਲਡ ਆ ਉਹਦੇ ਵਿੱਚ ਕੀ ਹੈਗਾ ਗਾ ਰੋਬੋਟਸ ਜਿਹੜਾ ਵਰਕਰਸ ਦੀ ਪਲੇਸ ਲੈ ਰਿਹਾ, ਠੀਕ ਹੈ। ਉਸ ਤੋਂ ਅੱਗੇ ਫੋਰ ਇੰਸਟਾਂਸ ਐਗਜ਼ਾਮਪਲ ਦਿੱਤੀ ਹੈਗੀ ਆ, ਤਾਂ ਦੇਖੋ ਇਹਦੇ ਵਿੱਚ ਕੋਈ ਸਰਵੇ ਵਗੈਰਾ ਨਹੀਂ ਪਾਇਆ, ਸਿੰਪਲ ਜਸਟ ਲਾਈਨ ਲਿਖ ਕੇ ਪਾ ਸਕਦੇ, ਤੁਸੀਂ ਇੱਦਾਂ ਵੀ ਐਗਜ਼ਾਮਪਲ ਐਡ ਕਰ ਸਕਦੇ ਆ। ਰੋਬੋਟਸ ਕੈਨ ਬੀ ਸੀਨ ਐਜ਼ ਅ ਪਰਫੈਕਟ ਰਿਪਲੇਸਮੈਂਟ ਫॉर EMPLOYEES in assembly line because of their high productivity as compared to workers, ਕਿ ਅਗਰ ਵਰਕਰਸ ਦੀ ਕੰਪੈਰੀਜ਼ਨ ਦੇ ਵਿੱਚ ਗੱਲ ਕਰੀਏ ਤਾਂ ਕੀ ਹੈਗਾ ਕਿ ਉਹਨਾਂ ਦੀ ਜ਼ਿਆਦਾ ਹਾਈ ਪ੍ਰੋਡਕਟਿਵਿਟੀ ਹੈ, ਠੀਕ ਹੈ, ਕਿ ਜ਼ਿਆਦਾ ਮਤਲਬ ਕਿ ਕੰਮ ਕਰਦੇ ਹੈਗੇ ਉਹਨਾਂ ਦੀ ਹਾਈ ਪ੍ਰੋਡਕਟਿਵਿਟੀ ਐਜ਼ ਕੰਪੇਅਰ ਟੂ ਵਰਕਰਸ, ਠੀਕ ਹੈ, ਵਰਕਰਸ ਦੇ ਕੰਪੈਰੀਜ਼ਨ ਦੇ ਵਿੱਚ, ਠੀਕ ਹੈ, ਰੋਬੋਟਸ ਜ਼ਿਆਦਾ ਕੰਮ ਕਰਦੇ ਆ। ਤਾਂ ਇਸ ਕਰਕੇ ਕੀ ਆ ਆਪਾਂ ਅੱਜ ਕੱਲ੍ਹ ਕੀ ਆ ਹਰ ਇੱਕ ਫੀਲਡ ਦੇ ਵਿੱਚ ਉਹਨਾਂ ਨੂੰ ਦੇਖ ਸਕਦੇ ਹਾਂ। ਜਦੋਂ ਰੋਬੋਟਸ ਕੰਮ ਕਰ ਰਹੇ ਆ ਫਿਰ ਉੱਥੇ ਵਰਕਰਸ ਦੀ ਕੋਈ ਲੋੜ ਨਹੀਂ, ਅਤੇ ਫਿਰ ਵਰਕਰਸ ਕੀ ਹੈਗੇ ਆ ਤਾਂ ਉਹਨਾਂ ਦੀ ਜਿਹੜੀ ਅਨਐਮਪਲੋਇਮੈਂਟ ਹੋਈ, ਠੀਕ ਹੈ। ਓਕੇ, ਅੱਗੇ ਰਿਜ਼ਲਟ ਹੈਂਸ ਇਟ ਵੁੱਡ ਬੀ ਹਾਰਮਫੁਲ ਫॉर ਪੀਪਲ, ਕਿ ਲੋਕਾਂ ਦੇ ਲਈ ਹਾਰਮਫੁਲ ਆਫ ਕੋਰਸ, ਅਗਰ ਜੇ ਉਹਨਾਂ ਨੂੰ ਮਤਲਬ ਕਿ ਇੰਪਲੋਇਮੈਂਟ ਨਹੀਂ ਮਿਲੇਗੀ ਦੈਨ ਕੀ ਹੈਗਾ ਉਹਨਾਂ ਦੇ ਲਈ ਹਾਰਮਫੁਲ ਹੈ। ਇਹ ਹੋ ਗਿਆ ਆਪਣਾ BP2। ਦੋਨੋਂ ਪੁਆਇੰਟ ਦੱਸਦੇ ਕਿ ਕਿਉਂ ਲੋਕ ਸੋਚਦੇ ਆ ਪੋਜ਼ੀਟਿਵ ਆ, ਕਿਉਂ ਲੋਕ ਸੋਚਦੇ ਨੈਗੇਟਿਵ ਆ, ਠੀਕ ਹੈ। ਹੁਣ ਤੁਸੀਂ ਕਨਕਲੂਜਨ ਦੇਣਾ ਹੈਗਾ। ਕਨਕਲੂਜਨ ਦੇ ਵਿੱਚ ਕੀ ਆ, ਆਪਣਾ ਜਿਹੜੀ ਤੁਹਾਨੂੰ ਸਾਈਡ ਵਧੀਆ ਲੱਗਦੀ ਹੈਗੀ ਹੈ, BP1 ਵਧੀਆ ਲੱਗਦਾ ਤਾਂ BP1 ਵਾਲੀ ਸਾਈਡ ਚੱਲ ਜਾਓ, BP2 ਸਹੀ ਲੱਗਦਾ ਤਾਂ BP2 ਵਾਲੀ ਸਾਈਡ ਚੱਲ ਜਾਓ। ਜਿੱਦਾਂ ਦਾ ਵੀ ਪੁਆਇੰਟ ਤੁਸੀਂ ਦੇਣਾ ਉਹ ਜਸਟ ਇੱਕ ਲਾਈਨ ਦੇ ਵਿੱਚ ਲਿਖਣਾ, ਉੱਥੇ ਤੁਸੀਂ ਕੁਛ ਨਹੀਂ ਡਿਸਕਸ ਕਰਨਾ ਕਿ ਤੁਸੀਂ ਕਿਉਂ ਹੋਏ ਇਸ ਸਾਈਡ, ਠੀਕ ਹੈ। ਬਸ ਜਸਟ ਕੀ ਹੈ ਇੱਕ ਅੱਧੀ ਲਾਈਨ ਦੇ ਵਿੱਚ ਕਨਕਲੂਜਨ ਦੇ ਦੇਣਾ ਹੈ। ਤਾਂ ਦੇਖਦੇ ਹਾਂ ਕਨਕਲੂਜਨ ਕੀ ਕਹਿ ਰਿਹਾ ਆਪਣਾ। ਟੂ ਕਨਕਲੂਡਿਡ ਕਨੈਕਟ ਲਗਾਣਾ ਜਦੋਂ ਵੀ ਕਨਕਲੂਜਨ ਸਟਾਰਟ ਕਰੋ, ਠੀਕ ਹੈ, ਪਤਾ ਚੱਲਦਾ ਹੈਗਾ ਕਿ ਤੁਸੀਂ ਇੱਥੇ ਕਨਕਲੂਜਨ ਲਿਖਿਆ। ਤਾਂ ਆਪਣੇ ਕੋਲ ਕੀ ਆ, ਆਲਦੋ ਬੋਥ ਪੁਆਇੰਟਸ ਹੈਵ ਦੇਅਰ ਓਨ ਪੋਜ਼ੀਟਿਵ ਐਸਪੈਕਟ ਯੈਟ ਆਈ ਐਮ ਵੈਰੀ ਕਨਵਿੰਸ ਦੈਟ, ਠੀਕ ਹੈ। ਕਨਵਿੰਸ ਦੈਟ ਤੱਕ ਤੁਸੀਂ ਜਿਹੜੀ ਇਹ ਲਾਈਨ ਸੇਮ ਲਿਖ ਸਕਦੇ ਹੈਗੇ ਆ ਜਦੋਂ ਵੀ ਤੁਹਾਡੇ ਕੋਲ ਬੋਥ ਵਿਊਜ਼ ਐਸੇ ਆਵੇ, ਠੀਕ ਹੈ। ਸੇਮ ਰਿਪੀਟ ਕਰਕੇ ਲਿਖ ਸਕਦੇ ਹੋ, ਆਲਦੋ ਬੋਥ ਪੁਆਇੰਟਸ ਹੈਵ ਦੇਅਰ ਓਨ ਪੋਜ਼ੀਟਿਵ, ਕਿਉਂਕਿ ਆਪਾਂ ਪੋਜ਼ੀਟਿਵ ਪੁਆਇੰਟ ਹੀ ਲਿਖਦੇ ਹੁੰਦੇ, ਨੈਗੇਟਿਵ ਤਾਂ ਆਪਾਂ ਬਿਲਕੁਲ ਨਹੀਂ ਲਿਖਦੇ ਬੋਥ ਵਿਊਜ਼ ਦੇ ਵਿੱਚ। ਅਤੇ ਇਹ ਚੀਜ਼ ਤੁਸੀਂ ਕਹਿ ਸਕਦੇ ਹਾਂ। ਆਲਦੋ ਦਾ ਹੁੰਦਾ ਕਿ ਭਾਵੇਂ ਇਹ ਕੰਪਲੈਕਸ ਸੈਂਟੈਂਸ ਹੈ, ਠੀਕ ਹੈ, ਆਲਮੋਸਟ ਕੀ ਹੈ ਕਨਕਲੂਜਨ ਦੇ ਵਿੱਚ ਹੀ ਯੂਜ਼ ਹੁੰਦਾ ਹੈਗਾ। ਆਲਦੋ ਬੋਥ ਪੁਆਇੰਟਸ ਹੈਵ ਦੇਅਰ ਓਨ ਪੋਜ਼ੀਟਿਵ ਐਸਪੈਕਟ, ਕਿ ਦੋਨੋਂ ਦੇ ਭਾਵੇਂ ਪੋਜ਼ੀਟਿਵ ਐਸਪੈਕਟ ਹੈਗੇ, ਯੈਟ ਆਈ ਐਮ ਵੈਰੀ ਕਨਵਿੰਸ ਦੈਟ, ਪਰ ਫਿਰ ਵੀ ਆ ਮੈਂ ਇਹ ਚੀਜ਼ ਮੰਨਦਾ ਕਿ ਐਡਵਰਸ ਇਫੈਕਟ, ਐਡਵਰਸ ਹੁੰਦੇ ਨੈਗੇਟਿਵ, ਠੀਕ ਹੈ, ਨੈਗੇਟਿਵ ਇਫੈਕਟ ਆਫ ਯੂਜ਼ਿੰਗ ਰੋਬੋਟਸ ਕੈਨ ਨੋਟ ਬੀ ਇਗਨੋਰਡ, ਠੀਕ ਹੈ। ਆਪਾਂ ਕਿਹਾ ਕਿ ਦੋਨੋਂ ਦੇ ਪੋਜ਼ੀਟਿਵ, ਆਪਾਂ ਕਨਕਲੂਜਨ ਕੀ ਦਿੱਤਾ ਕਿ ਠੀਕ ਹੈ ਭਾਵੇਂ ਦੋਨੋਂ ਦੇ ਪੋਜ਼ੀਟਿਵ ਐਸਪੈਕਟ ਹੈਗੇ ਆ, ਪਰ ਫਿਰ ਵੀ ਮੈਂ ਇਹ ਚੀਜ਼ ਮੰਨਦਾ ਜਿਹੜੇ ਐਡਵਰਸ ਇਫੈਕਟ ਹੈ ਨਾ, ਜਿਹੜੇ ਨੈਗੇਟਿਵ ਇਫੈਕਟ ਆ ਉਹ ਇਗਨੋਰ ਨਹੀਂ ਕੀਤੇ ਜਾ ਸਕਦੇ ਰੋਬੋਟਸ ਦੇ, ਠੀਕ ਹੈ। ਮਤਲਬ ਕੀ ਆ ਪੋਜ਼ੀਟਿਵ ਇਫੈਕਟ ਨੂੰ ਓਵਰਕਮ ਕਰ ਰਹੇ ਹੈਗੇ ਨੈਗੇਟਿਵ, ਠੀਕ ਹੈ। ਤਾਂ ਤੁਸੀਂ ਇਹ ਚੀਜ਼ ਨੈਗੇਟਿਵ ਦਾ ਕਹਿ ਸਕਦੇ ਹੈਗੇ ਆ ਕਿ ਨੈਗੇਟਿਵ ਜਿਹੜੇ ਪੁਆਇੰਟ ਆ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾਂਦਾ, ਕਿਉਂਕਿ ਅਨਐਮਪਲੋਇਮੈਂਟ ਨੂੰ ਪ੍ਰਮੋਟ ਕਰਦੇ ਆ, ਠੀਕ ਹੈ। ਇਹ ਸੀਗਾ ਆਪਣਾ ਬੋਥ ਵਿਊਜ਼ ਦਾ ਸੈਂਪਲ ਆਂਸਰ, ਠੀਕ ਹੈ। ਇਸ ਤਰੀਕੇ ਨਾਲ ਆਪਾਂ ਨੂੰ ਲਿਖਦੇ ਹੁੰਦੇ ਆ। ਤੁਸੀਂ ਵੇਰੀਏਸ਼ਨ ਟਰਾਈ ਕਰਿਆ ਕਰੋ, ਪੈਸਿਵ ਐਡ ਕਰਿਆ ਕਰੋ, ਕੰਪਲੈਕਸ ਸੈਂਟੈਂਸ, ਇਹ ਦੋ ਤਾਂ ਮੇਨ ਵੇਰੀਏਸ਼ਨ ਹੈ, ਤੁਸੀਂ ਜ਼ਰੂਰ ਯੂਜ਼ ਕਰੋ, ਚਾਹੇ ਤੁਹਾਡੀ ਰਿਕੁਆਇਰਮੈਂਟ ਕਿਤੇ ਵੀ ਹੈ, ਠੀਕ ਹੈ, ਕਿੰਨੀ ਵੀ ਹੈ ਤੁਹਾਡੀ ਰਿਕੁਆਇਰਮੈਂਟ। ਔਰ ਅਗਰ ਕੰਡੀਸ਼ਨਲ ਤੁਸੀਂ ਹੋਰ ਵੇਰੀਏਸ਼ਨ ਲਾਈਕ ਕੁਐਸਚਨ ਫਾਰਮ, ਠੀਕ ਹੈ, ਉੱਦਾਂ ਦੀਆਂ ਵੇਰੀਏਸ਼ਨ ਯੂਜ਼ ਕਰ ਸਕਦੇ ਹੈਗੇ ਆ, ਤਾਂ ਫਿਰ ਬਹੁਤ ਵਧੀਆ ਹੈਗਾ। ਜਿੰਨੀ ਵੇਰੀਏਸ਼ਨ ਵਧੀਆ ਐਡ ਕਰੋਗੇ, ਵਕੈਬ ਵਧੀਆ ਐਡ ਕਰੋਗੇ, ਉਨੀ ਹੀ ਸਕੋਰ ਵਧੀਆ ਆਉਣਗੇ। ਤਾਂ ਆਈ ਹੋਪ ਅੱਜ ਦੀ ਵੀਡੀਓ ਥੋੜੀ ਇਨਫੋਰਮੇਟਿਵ ਹੋਵੇਗੀ। ਥੈਂਕਸ ਫॉर ਵਾਚਿੰਗ।